23 ਤਰੀਕ ਨੂੰ, ਅੱਜ 21 ਤਰੀਕ ਨੂੰ ਚੋਣ ਪ੍ਰਚਾਰ ਬੰਦ ਹੈ। ਸਾਥੀਓ, ਮੈਂ ਪ੍ਰੈਕਟੀਕਲੀ ਗੱਲ ਕਰੂੰਗਾ ਕਿ ਆਮ ਆਦਮੀ ਪਾਰਟੀ ਨੂੰ ਇਸ ਚੋਣ ਦੇ ਵਿੱਚ ਹਰਾਉਣਾ ਕਿਉਂ ਅਤੀ ਲਾਜ਼ਮੀ ਹੈ, ਕਿਉਂ ਜ਼ਰੂਰੀ ਹੈ ਪੰਜਾਬ ਵਾਸਤੇ, ਤੇ ਭਾਰਤੀ ਜਨਤਾ ਪਾਰਟੀ ਨੂੰ ਇਸ ਚੋਣ ਦੇ ਵਿੱਚ ਪ੍ਰੈਕਟੀਕਲੀ ਪੰਜਾਬ ਦੇ ਫਾਇਦੇ ਦੇਖਦੇ ਹੋਏ ਅੱਜ ਦੇ ਅਤੇ ਭਵਿੱਖ ਦੇ ਕਿਉਂ ਜ਼ਰੂਰੀ ਹੈ, ਇਸ ਬਾਰੇ ਗੱਲ ਕਰੂੰਗਾ। ਸਾਥੀਓ, ਬਾਲੀ ਵੱਡੀ ਰਾਜਨੀਤੀ ਤਾਂ ਮੈਨੂੰ ਆਉਂਦੀ ਨਹੀਂ ਤਾਂ ਮੰਤਰੀ ਹੁੰਦਾ ਥੋੜਾ ਜਿਹਾ ਸੀ ਵੀਰ, ਬਟ ਯੈਸ, ਪੰਜਾਬ ਲਈ ਦਿਲੋਂ ਸੋਚੀਦਾ, ਦਿਮਾਗ ਨਾਲ ਸੋਚੀਦਾ, ਸਾਰੇ ਰਾਜਨੀਤਿਕ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਦਾ ਹਿੱਤ, ਪੰਜਾਬ ਦੀ ਅਣਖ ਸੋਚੀਦੀ ਹੈ। ਇਸ ਕਰਕੇ ਸ਼ਾਇਦ ਰਾਜਨੀਤਿਕ ਤੌਰ ਤੇ ਲੋਕੀ ਕਹਿੰਦੇ ਤੂੰ ਪਿੱਛੇ ਰਹਿ ਗਿਆ ਫਲਾਣਾ, ਮੈਂ ਕਹਿੰਦਾ ਵੀ ਨਹੀਂ ਯਾਰ, ਭਗਵੰਤ ਮਾਨ ਤੇ ਮੈਂ ਅਸੀਂ ਇੱਕੋ ਹੀ ਕਲਾਸ 'ਚ ਪੜ੍ਹਦੇ ਸੀ ਆਮ ਆਦਮੀ ਪਾਰਟੀ 'ਚ, ਬਟ ਉਹ ਥੱਲੇ ਲੱਗਿਆ ਹੋਇਆ ਭਗਵੰਤ ਮਾਨ, ਉਹ ਰਾਘਵ ਚੱਡੇ ਦੇ ਪੈਰਾਂ 'ਚ ਲੌਟਦਾ ਭਗਵੰਤ ਮਾਨ, ਕੇਜਰੀਵਾਲ ਦੇ ਤਲਵੇ ਚੱਟਦਾ ਭਗਵੰਤ ਮਾਨ, ਉਦੋਂ ਵੀ ਇਹਦੇ ਨਾਲ ਇਸੇ ਗੱਲੋਂ ਖੜਕਦੀ ਸੀ, ਅੱਜ ਵੀ ਉਹੀ ਆਲਮ ਹੈ। ਸੋ ਸਾਥੀਓ, ਮੈਂ ਤੁਹਾਨੂੰ ਸਿਰਫ ਦੇਸੀ ਉਦਾਹਰਨ ਦਊਂਗਾ, ਦੇਸੀ ਜਮਾ। ਆਮ ਆਦਮੀ ਪਾਰਟੀ ਦੀਆਂ 92 ਸੀਟਾਂ ਨੇ ਪੰਜਾਬ 'ਚ, ਉਹਨਾਂ ਦੀ ਬਹੁਮਤ ਦੀ ਸਰਕਾਰ ਹੈ, ਪਰ ਪੰਜਾਬ ਨੂੰ ਖੱਟਣ ਨੂੰ ਕੀ ਹੈ ਉਹਨਾਂ ਕੋਲੋਂ? ਪੰਜਾਬ ਕਿਉਂ ਨਹੀਂ ਤਰੱਕੀ ਕਰ ਪਾ ਰਿਹਾ? ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੀ ਹਾਲਤ ਮਾੜੀ ਕਿਉਂ ਹੈ? ਪੰਜਾਬ ਦੇ ਵਿੱਚ ਉਹਨਾਂ ਦੇ ਕੀਤੇ ਹੋਏ ਵਾਅਦੇ ਪੂਰੇ ਕਿਉਂ ਨਹੀਂ ਹੋਏ? ਸੋ ਉਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਤੁਹਾਨੂੰ ਇੱਕ ਗੱਲ, ਦੇਸੀ ਜੀ ਉਦਾਹਰਨ ਦਊਂਗਾ। ਦੇਖਿਓ, ਗਲਾਸ ਹੈ, ਗਲਾਸ ਦੇ ਵਿੱਚ ਮੈਂ ਪਾਣੀ ਪਾਉਣਾ ਹੈ। ਸੋਚੋ ਜੀ, ਗਲਾਸ ਭਰ ਗਿਆ ਜੀ। ਇਹ ਆ ਆਮ ਆਦਮੀ ਪਾਰਟੀ, 92 ਸੀਟਾਂ ਨੇ, ਤਾਂ ਕਰਕੇ ਮੈਂ ਥੋੜਾ ਜਿਹਾ ਊਣਾ ਛੱਡਤਾ। ਇਹ 117 ਨਹੀਂ ਆਈਆਂ, ਜੇ 117 ਹੁੰਦੀਆਂ ਪੂਰਾ ਭਰ ਦਿੰਦਾ। ਹੁਣ ਅੱਜ ਜਿਹੜੀ ਜਿਮਨੀ ਚੋਣ ਹੈ ਸੰਗਰੂਰ ਦੀ ਲੋਕ ਸਭਾ ਦੀ, ਇਹਦੇ ਵਿੱਚ ਅਗਰ ਤੁਸੀਂ ਸੋਚਦੇ ਹੋ ਇਹਨਾਂ ਨੂੰ ਵੋਟ ਪਾ ਕੇ ਪੰਜਾਬ ਦਾ ਫਾਇਦਾ ਹੋਊਗਾ, ਤਾਂ ਕੋਈ ਫਾਇਦਾ ਨਹੀਂ, ਕਿਉਂਕਿ ਸਰਕਾਰ ਤਾਂ ਆਲਰੇਡੀ ਉਹਨਾਂ ਦੀ 92 ਸੀਟਾਂ ਨਾਲ ਵੀ ਬਹੁਮਤ 'ਚ ਹੈਗੀ ਹੈ। ਅਗਰ ਤੁਸੀਂ ਇਹਨਾਂ ਨੂੰ ਵੋਟ ਪਾਉਂਦੇ ਹੋ ਤਾਂ ਤੁਸੀਂ ਉਹਨਾਂ ਨੂੰ ਵੋਟ ਪਾਈ, ਚੱਕੋ ਜੀ, ਵੋਟ ਪਾਈ, ਕਿਉਂਕਿ 9 ਵਿਧਾਨ ਸਭਾ ਸੀਟਾਂ ਹੁੰਦੀਆਂ ਨੇ ਇੱਕ ਲੋਕ ਸਭਾ ਦੇ ਵਿੱਚ। ਡੁੱਲਣ ਲੱਗ ਪਿਆ ਪਾਣੀ। ਇਹਦਾ ਫਾਇਦਾ ਪੰਜਾਬ ਨੂੰ ਕੀ ਹੋ ਰਿਹਾ? ਉਹਨਾਂ ਦੀ ਸਰਕਾਰ ਤਾਂ ਪੰਜਾਬ 'ਚ ਆਲਰੇਡੀ ਹੈਗੀ ਹੈ। ਸਰਕਾਰ ਹੋਣ ਦੇ ਬਾਵਜੂਦ ਵੀ ਉਹ ਕੁਝ ਵੀ ਡਿਲੀਵਰ ਨਹੀਂ ਕਰ ਪਾ ਰਹੇ। ਸਿਰਫ ਤੁਹਾਨੂੰ ਗੱਲਾਂ ਬਾਤਾਂ, ਰੋਜ਼ ਛੋਟੀ ਮੋਟੀ ਖੁਸ਼ਖਬਰੀ, ਸਿਕਿਉਰਿਟੀ ਲੈ ਲਈ ਵਾਪਸ, VVIP ਕਲਚਰ ਖਤਮ ਕਰਤਾ ਤੇ ਉਹਦੀ ਭੇਂਟ ਚੜਾਤਾ ਸਿੱਧੂ ਮੂਸੇਵਾਲੇ ਨੂੰ। ਭਗਵੰਤ ਮਾਨ, ਰਾਘਵ ਚੱਡਾ ਤੇ ਕੇਜਰੀਵਾਲ, ਇਹਨਾਂ ਸਭ ਦੀਆਂ ਮੂਰਖਤਾਵਾਂ ਸੋਸ਼ਲ ਮੀਡੀਆ ਤੇ ਜਿਹੜਾ ਪ੍ਰਚਾਰ ਕੀਤਾ, ਐਡਵਰਟਾਈਜ਼ ਕੀਤਾ, ਟਵਿੱਟਰ ਤੇ ਪਾਇਆ, ਫੇਸਬੁੱਕ ਤੇ ਪਾਇਆ, ਹਰੇਕ ਅਖਬਾਰ 'ਚ ਦਿੱਤਾ ਜੀ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਵਾਪਸ ਲੈ ਲਈ। ਤੇ ਦੇਖ ਲਓ, ਹੋਇਆ ਹਸ਼ਰ। ਇਹਨੂੰ ਤੁਸੀਂ, ਇਹ ਪਾਵਰ ਦਾ ਪਾਣੀ ਹੈ ਸਾਥੀਓ। ਇਹਨੂੰ ਕੱਲਾ ਪਾਣੀ ਨਾ ਸਮਝੋ, ਇਹ ਪਾਵਰ ਦਾ ਪਾਣੀ ਹੈ। ਜਦੋਂ ਇੱਕੋ ਹੀ ਗਮਲੇ 'ਚ ਜ਼ਿਆਦਾ ਪਾਣੀ ਪਾ ਦੋਗੇ, ਉਹ ਪੌਦਾ ਮਰ ਜਾਂਦਾ ਹੁੰਦਾ। ਯਾਦ ਰੱਖਿਓ ਹਮੇਸ਼ਾ ਇਹ ਗੱਲ, ਕਿਸੇ ਵੀ ਆਪਣੇ ਬਜ਼ੁਰਗਾਂ ਨੂੰ ਪੁੱਛ ਲਓ, ਜਿਹੜੀ ਫਸਲ ਨੂੰ ਜਿੰਨਾ ਪਾਣੀ ਦੀ ਲੋੜ ਹੁੰਦੀ ਹੈ, ਜੇ ਉਸ ਤੋਂ ਪਾਣੀ ਜ਼ਿਆਦਾ ਪਾ ਦੋ ਤਾਂ ਉਹ ਪੌਦਾ ਮਰ ਜਾਂਦਾ ਹੁੰਦਾ। ਹੁਣ ਆਪਾਂ ਤਾਂ ਦੇਖੋ ਡੁੱਲੀ ਜਾਂਦਾ। ਇਹਨਾਂ ਤੋਂ ਤਾਂ ਜਿੰਨੀ ਪਾਵਰ ਤੁਸੀਂ ਦਿੱਤੀ ਹੈ ਉਹੀ ਨਹੀਂ ਸੰਭਲ ਰਹੀ। ਸੋ ਤੁਹਾਨੂੰ ਕਰਨਾ ਕੀ ਚਾਹੀਦਾ ਆ ਕਿ ਪੰਜਾਬ ਦਾ ਪ੍ਰੈਕਟੀਕਲੀ ਫਾਇਦਾ ਕਿੱਧਰ ਹੈ? ਇੱਧਰ BJP ਦੀ ਸਰਕਾਰ ਆਲਰੇਡੀ ਹੈਗੀ ਹੈ, ਉੱਥੇ ਬਹੁਮਤ ਦੀ ਸਰਕਾਰ ਹੈ ਦੇਸ਼ ਦੇ ਵਿੱਚ। ਸੈਂਟਰ ਤੋਂ ਬਿਨਾ ਪੰਜਾਬ ਦੀ ਜਾਂ ਕਿਸੇ ਵੀ ਸਟੇਟ ਦੀ ਗਤੀ ਹੈ ਨਹੀਂ। ਇਹ ਪ੍ਰੈਕਟੀਕਲ ਟਰੁੱਥ ਹੈ, ਤੁਹਾਨੂੰ ਮੰਨਣਾ ਹੀ ਪਊਗਾ। ਪੰਜਾਬੀਓ, ਸਿਰਫ ਦੇਸੀ ਉਦਾਹਰਨ ਹੈ, ਦਿਮਾਗ ਤੋਂ ਕੰਮ ਲਓ। ਸੈਂਟਰ ਤੋਂ ਇਹ ਭਗਵੰਤ ਮਾਨ ਪੈਸੇ ਲੈਣ ਜਾਂਦਾ, 1 ਲੱਖ ਕਰੋੜ ਦਾ ਪੈਕੇਜ, ਤੇ ਕੇਜਰੀਵਾਲ ਇਹਦਾ ਹੱਕਾ ਉਸੇ ਦਿਨ ਗਾਲਾਂ ਕੱਢ ਰਿਹਾ ਸੈਂਟਰ ਸਰਕਾਰ ਨੂੰ ਤੇ ਸ਼੍ਰੀ ਨਰਿੰਦਰ ਮੋਦੀ ਜੀ ਨੂੰ। ਤੇ ਫਿਰ ਕਿੱਥੋਂ ਪੈਸੇ ਮਿਲ ਜਾਣਗੇ ਬਈ? ਕੋਈ ਹਾਲਾਤ ਤਾਂ ਸੁਖਾਵੇਂ ਕਰਨੇ ਪੈਂਦੇ ਹੈ। ਕਦੀ ਆਪਣੇ ਆਲੇ ਦੁਆਲੇ ਦੇਖ ਲਓ, ਕਿਸੇ ਬੈਂਕ 'ਚੋਂ ਤੁਸੀਂ ਪੈਸੇ ਲੈਣ ਜਾਓ ਤੇ ਉਸੇ ਬੈਂਕ ਦੇ ਮੈਨੇਜਰ ਦੇ ਗਲ ਪੈ ਜਾਓ ਤੇ ਉਹਨੂੰ ਗਾਲਾਂ ਕੱਢਿਆਓ। ਇਹ ਕਦੀ ਨਹੀਂ ਹੋ ਸਕਦਾ। ਸੋ ਸਾਥੀਓ, ਅਗਰ ਆਪਾਂ ਇਹ BJP ਨੂੰ ਜਿਤਾਉਣੇ ਆ ਇੱਥੇ ਸੰਗਰੂਰ ਦੇ ਵਿੱਚ,
ਬੀਜੇਪੀ ਨੂੰ ਜਿਤਾਉਣ ਦਾ ਫਾਇਦਾ ਕੀ ਹੈ? ਬੀਜੇਪੀ ਨੂੰ ਜਿਤਾਉਣ ਦਾ ਫਾਇਦਾ ਇਹ ਹੈ ਕਿ ਸਰਦਾਰ ਕੇਵਲ ਸਿੰਘ ਢਿੱਲੋਂ ਅਗਰ ਉੱਥੇ ਜਿੱਤ ਕੇ ਜਾਂਦੇ ਨੇ ਤਾਂ ਮੋਦੀ ਸਾਹਿਬ ਦੀ ਸੱਜੀ ਬਾਂਹ ਬਣਦੇ ਨੇ। ਮੋਦੀ ਸਾਹਿਬ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਵੱਲ ਦੋਸਤੀ ਦਾ ਹੱਥ ਵਧਾ ਰਹੀ ਹੈ। ਭਾਰਤੀ ਜਨਤਾ ਪਾਰਟੀ ਪੂਰੇ ਦੇਸ਼ ਦੇ ਨਾਲ ਪੰਜਾਬ ਦਾ ਯੋਗਦਾਨ ਜਿਹੜਾ ਬਾਰਡਰਾਂ ਤੋਂ ਲੈ ਕੇ ਕਿਸਾਨਾਂ ਨੇ ਅੱਜ ਤੱਕ ਹਰੀ ਕ੍ਰਾਂਤੀ ਲਿਆਉਣ ਤੋਂ ਬਾਅਦ ਬਾਰਡਰ ਪ੍ਰੋਟੈਕਟ ਕਰਨ ਤੱਕ 1947 ਦੇ ਵਿੱਚ ਸਭ ਤੋਂ ਜ਼ਿਆਦਾ ਕਤਲੇਆਮ ਜਿਹੜਾ ਹੋਇਆ ਕਾਂਗਰਸ ਦੀਆਂ ਨੀਤੀਆਂ ਗਾਂਧੀ ਤੇ ਨਹਿਰੂ ਕਰਕੇ, ਉਹ ਸਭ ਮੋਦੀ ਸਾਹਿਬ ਨੂੰ ਯਾਦ ਹੈ। 1984 ਚ ਜਿਹੜਾ ਕਾਂਗਰਸ ਨੇ ਕਤਲੇਆਮ ਕੀਤਾ ਪੰਜਾਬੀਆਂ ਦਾ, ਉਹ ਯਾਦ ਹੈ। ਸੋ ਸਾਥੀਓ, ਜੇ ਬੀਜੇਪੀ ਨੂੰ ਵੋਟ ਜਾਂਦੀ ਹੈ ਤੁਹਾਡੀ, ਤਾਂ ਸੈਂਟਰ 'ਚ ਕੇਵਲ ਸਿੰਘ ਢਿੱਲੋਂ ਦਾ ਸਿੱਧਾ ਹੱਥ ਪੈਂਦਾ। ਕੇਵਲ ਸਿੰਘ ਢਿੱਲੋਂ ਜੀ ਜਿਹੜੇ ਵਾਅਦੇ ਕਰ ਰਹੇ ਨੇ ਉਹ ਸਾਰੇ ਵਾਅਦੇ ਪੂਰੇ ਕਰਨਗੇ, ਕਿਉਂਕਿ 2 ਸਾਲ ਹੈ ਸਿਰਫ 2 ਸਾਲ ਲਈ ਸਰਦਾਰ ਕੇਵਲ ਸਿੰਘ ਢਿੱਲੋਂ 2024 ਤੱਕ ਐਮਪੀ ਰਹਿਣਗੇ ਤੇ 2024 ਤੋਂ ਬਾਅਦ ਫਿਰ ਵੋਟਾਂ ਹੋਣੀਆਂ 2024 ਚ, ਉਦੋਂ 13 ਸੀਟਾਂ ਤੇ ਵੋਟਾਂ ਹੋਣੀਆਂ ਨੇ। ਕੇਵਲ ਸਿੰਘ ਢਿੱਲੋਂ ਜੀ ਵੱਧ ਤੋਂ ਵੱਧ ਆਪਣਾ ਜ਼ੋਰ ਲਾ ਦੇਣਗੇ। ਇੱਕ ਮਜਬੂਰੀ ਵੀ ਬਣ ਜਾਂਦੀ ਹੈ ਬੰਦੇ ਦੀ ਵੀ ਬਈ ਮੈਨੂੰ 2024 ਚ ਵੋਟ ਨਹੀਂ ਪੈਣੀ। ਅਗਰ ਤੁਸੀਂ ਮੈਨੂੰ ਇੱਥੇ ਜਿਹੜੀਆਂ ਮੈਂ ਲੋਕਾਂ ਨਾਲ ਵਾਅਦੇ ਪੂਰੇ ਕਰ ਰਿਹਾ ਮੋਦੀ ਸਾਹਿਬ, ਤਾਂ ਮੈਨੂੰ 2024 ਚ ਵੋਟ ਇਕੱਲੇ ਮੈਨੂੰ ਨਹੀਂ, ਪੂਰੀਆਂ 12 ਸੀਟਾਂ ਤੇ ਵੀ ਨਹੀਂ ਪੈਣੀ ਜੀ। ਪ੍ਰੈਕਟੀਕਲ ਗੱਲ ਹੈ, ਪੰਜਾਬ ਦੇ ਫਾਇਦੇ ਦੀ ਗੱਲ ਕਰ ਰਿਹਾ। ਸੋ ਮੋਦੀ ਸਾਹਿਬ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਧ ਤੋਂ ਵੱਧ ਤਾਦਾਦ 'ਚ, ਜੋ ਆਲਰੇਡੀ ਪੰਜਾਬ ਨੂੰ ਪੈਕੇਜ ਦੇਣ ਆ ਰਹੇ ਸੀ ਸ਼੍ਰੀ ਨਰਿੰਦਰ ਮੋਦੀ ਜੀ, ਜਦੋਂ ਚੰਨੀ ਸਰਕਾਰ ਵੇਲੇ ਉਹਨਾਂ ਦੇ ਕਾਫਲੇ ਨੂੰ ਰਾਹ ਦੇ ਵਿੱਚੋਂ ਮੁੜਨਾ ਪੈ ਗਿਆ ਡਿਊ ਟੂ ਸਿਕਿਉਰਿਟੀ ਰੀਜ਼ਨਸ। ਅਸੀਂ ਪ੍ਰਧਾਨ ਮੰਤਰੀ ਸਾਹਿਬ ਨਾਲ, ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨਾਲ ਅਗਰ ਅਸੀਂ ਸੁਖਾਵਾਂ ਰਿਲੇਸ਼ਨ, ਅਸੀਂ ਬੀਜੇਪੀ ਨਾਲ ਅਗਰ ਸੁਖਾਵਾਂ ਰਿਲੇਸ਼ਨ ਨਹੀਂ ਰੱਖਦੇ, ਤਾਂ ਸਾਥੀਓ ਪੰਜਾਬ ਹਾਰਦਾ, ਕੱਲਾ ਸੰਗਰੂਰ ਨਹੀਂ ਹਾਰਦਾ। ਸਾਡੀ ਦਿੱਕਤ ਇਹ ਰਹੀ ਹੈ, ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਉਹ ਜਾਣਦੇ ਆ ਕਿ ਪੰਜਾਬੀ ਜਿੱਤ ਕੇ ਬਹੁਤ ਵਾਰੀ ਆਏ, ਪਰ ਦਾ ਪ੍ਰੋਬਲਮ ਇਜ਼ ਕਿ ਅਸੀਂ ਜਿੱਤਦੇ ਬਹੁਤ ਵਾਰੀ ਆ, ਪਰ ਅਸੀਂ ਜਿੱਤ ਨੂੰ ਆਪਣੇ ਫਾਇਦੇ 'ਚ ਕਨਵਰਟ ਨਹੀਂ ਕਰ ਪਾਉਂਦੇ। ਪੰਜਾਬ ਦੀ ਇਹ ਵੀ ਤਰਾਸਦੀ ਹੈ, ਜਿਹੜੀ ਚੀਜ਼ ਪਿਆਰ ਨਾਲ ਮਿਲਣੀ ਹੁੰਦੀ ਹੈ ਸਾਥੀਓ, ਅਸੀਂ ਉੱਥੇ ਵੀ ਆਕੜ ਕੇ ਲੈ ਲਾਂਗੇ, ਬਾਈ ਚੱਕ ਦੂਗਾ ਫਲਾਣਾ। ਉਹਦੇ ਨਾਲ ਕੀ ਹੈ, ਜਿਹੜੀ ਚੀਜ਼ ਪਿਆਰ ਨਾਲ ਬੰਦਾ ਕਹਿੰਦਾ ਯਾਰ ਮੈਂ ਪਿਆਰ ਨਾਲ ਹੀ ਦੇ ਦੇਣਾ ਤੁਹਾਨੂੰ, ਕੋਈ ਮੰਗਣ ਦਾ ਤਰੀਕਾ ਤਾਂ ਰੱਖੋ। ਰੱਬ ਦੇ ਕੋਲ ਵੀ ਆਪਾਂ ਜਾਂਦੇ ਆ, ਦੇਖੋ ਕਿੰਨਾ ਆਪਾਂ ਸਹਿਜ ਨਾਲ, ਸੂਝ ਨਾਲ, ਨਹਾ ਧੋ ਕੇ, ਹੈ ਨਾ, ਪੂਰਾ ਆਪਣੇ ਆਤਮਾ ਨੂੰ ਪਵਿੱਤਰ ਕਰਕੇ ਮੱਥਾ ਟੇਕਦੇ ਆ ਜਿੱਥੇ ਵੀ ਸਾਡਾ ਇਸ਼ਟ ਹੁੰਦਾ ਹੈ। ਇਹਦਾ ਮਤਲਬ ਸਾਨੂੰ ਪਤਾ ਹੈ ਪਰਮਾਤਮਾ ਤੋਂ ਇੱਜ਼ਤ ਅਦਬ ਨਾਲ ਮੰਗਣਾ ਹੈ। ਸੋ ਬਈ ਸਾਥੀਓ, ਜੇ ਆਪਾਂ ਭਾਰਤ ਸਰਕਾਰ ਤੋਂ ਵੀ ਕੁਝ ਲੈਣਾ ਹੈ, ਜਿੱਥੇ ਲੜੇ ਬਿਨਾ ਮਿਲ ਸਕਦਾ, ਜਿੱਥੇ ਲੜਨ ਦੀ ਗੱਲ ਸੀ ਕਿਸਾਨ ਅੰਦੋਲਨ ਵੇਲੇ, ਮੈਂ ਵੀ ਤੁਹਾਡੇ ਨਾਲ ਸੀ, ਹੌਬੀ ਧਾਲੀਵਾਲ ਤੁਹਾਡੇ ਨਾਲ ਸੀ, ਬਹੁਤ ਲੋਕ ਨੇ ਭਾਰਤੀ ਜਨਤਾ ਪਾਰਟੀ 'ਚ ਹੁੰਦੇ ਹੋਏ ਵੀ ਉਹ ਤੁਹਾਡੇ ਨਾਲ ਸੀ। ਜਾਇਜ਼ ਸੀਗੀ ਮੰਗ, ਅਸੀਂ ਨਾਲ ਖੜੇ ਆ। ਪਰ ਜਦੋਂ ਹੁਣ ਆਪਣੀ ਜਿੱਤ ਕਨਵਰਟ ਹੋ ਗਈ, ਉਹ ਤੋਂ ਬਾਅਦ ਜਦੋਂ ਸਾਡੇ ਵੱਲ ਸੈਂਟਰ ਦਾ ਹੱਥ ਸੁਖਾਵਾਂ ਆ ਰਿਹਾ ਆ, 400 ਸਾਲਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਕੇਸਰੀ ਨਿਸ਼ਾਨ ਝੁਲਾ ਕੇ ਲਾਲ ਕਿਲੇ ਤੇ ਹੁਣੇ ਹੀ ਪਿਛਲੇ ਮਹੀਨੇ ਮਨਾਇਆ ਗਿਆ। ਕਰਤਾਰਪੁਰ ਸਾਹਿਬ ਦਾ ਲਾਂਘਾ ਮੋਦੀ ਸਾਹਿਬ ਅਤੇ ਰਾਸ਼ਟਰਪਤੀ ਦੇ ਪਰਸਨਲ ਦਖਲ ਤੋਂ ਬਿਨਾਂ ਇਹ ਖੁੱਲ ਨਹੀਂ ਸੀ ਸਕਦਾ, ਬੀਜੇਪੀ ਸਰਕਾਰ ਨੇ ਕੀਤਾ। ਸੱਜਣ ਕੁਮਾਰ 1984 ਦਾ ਕਾਤਲ, ਸਿੱਖਾਂ ਦਾ ਕਾਤਲ, ਉਹ ਅੱਜ ਜੇਲ੍ਹ 'ਚ ਬੈਠਾ, ਤੇ ਹੋਰ ਬਹੁਤਿਆਂ ਦੀਆਂ ਇਨਕੁਆਇਰੀਆਂ ਖੁੱਲੀਆਂ ਹੋਈਆਂ ਨੇ। ਜਿਹੜੀ ਸਰਕਾਰ ਆਪਣੇ ਲਈ ਬਹੁਤ ਕੁਝ ਕਰਨਾ ਚਾਹੁੰਦੀ ਹੈ ਤੇ ਉਹੀ ਸਮਰੱਥ ਹੈ ਸਾਥੀਓ। 2024 ਤੱਕ ਮੋਦੀ ਸਾਹਿਬ ਦੀ ਸਰਕਾਰ ਹੈ, ਭਾਰਤੀ ਜਨਤਾ ਪਾਰਟੀ ਦੀ ਸਾਡੀ ਸਰਕਾਰ ਹੈ ਦੇਸ਼ ਦੇ ਵਿੱਚ। 2024 ਤੋਂ ਬਾਅਦ 2029 ਤੱਕ ਫਿਰ ਭਾਰਤੀ ਜਨਤਾ ਪਾਰਟੀ ਦੀ ਵੀ ਸਰਕਾਰ ਬਣਨੀ ਹੈ, ਕਿਉਂਕਿ ਜਿਹੜੀ ਕਾਂਗਰਸ ਹੈ ਉਹ ਤਾਂ ਬਿਲਕੁਲ ਹਾਸ਼ੀਏ ਤੇ ਚੱਲ ਗਈ। ਫਿਰ ਤੇ ਲੰਗੜੇ ਘੋੜੇ ਤੇ ਦਾ ਕਿਹੜਾ ਲਾਊਗਾ, ਮੈਨੂੰ ਇਹ ਦੱਸੋ। ਤੁਸੀਂ ਕੋਈ ਵੀ ਸਪੋਜ਼ ਕਰੋ ਕੋਈ ਕੰਮ ਕਰਨ ਲੱਗੇ ਹੋ, ਜਿਹੜੇ ਕੰਮ 'ਚ ਘਾਟਾ ਆ, ਜਿਹਦੇ 'ਚ ਤੁਹਾਡਾ ਪੈਸਾ, ਤੁਹਾਡਾ ਵਿਸ਼ਵਾਸ, ਤੁਹਾਡੀ ਟਾਈਮ, ਮਨੀ, એનર્ਜੀ ਡੁੱਬਣਾ, ਕੀ ਤੁਸੀਂ ਉੱਥੇ ਪੈਸਾ ਇਨਵੈਸਟ ਕਰੋਗੇ? ਨਹੀਂ ਕਰੋਗੇ ਨਾ। ਤਾਂ ਆਪਣੀ ਜਿਹੜੀ ਵੋਟ ਹੈ, ਅਗਰ ਤੁਸੀਂ ਕਿਸੇ ਵੀ ਰੀਜ਼ਨ ਕਰਕੇ ਕਾਂਗਰਸ ਨੂੰ ਪਾਉਣ ਦੀ ਇੱਥੇ ਜਿਮਨੀ ਚੋਣ ਸੋਚ ਰਹੇ ਹੋ, ਤਾਂ ਫਾਇਦਾ ਕੀ ਹੈ? ਕਾਂਗਰਸ ਦੀ ਸਰਕਾਰ ਹੀ ਹੈ ਨਹੀਂ ਉੱਥੇ ਯਾਰ।
ਤੇ 2024 ਤੋਂ ਬਾਅਦ 2029 ਤੱਕ ਤਾਂ ਲਿਖ ਕੇ ਲੈ ਲਓ ਕਿ ਇਹਨਾਂ ਦੀ ਸਰਕਾਰ ਆਉਣੀ ਵੀ ਹੈ ਨਹੀਂ। ਸੋ 2029 ਤੱਕ ਸਾਡੇ ਪੰਜਾਬ ਦਾ, ਸੰਗਰੂਰ ਦਾ ਫਾਇਦਾ ਕਿੱਥੇ ਹੈ? ਭਾਰਤੀ ਜਨਤਾ ਪਾਰਟੀ ਦੀ ਹੀ ਜਦ ਸਰਕਾਰ ਹੈ ਤਾਂ ਕਿਉਂ ਨਾ ਆਪਾਂ ਅਦਬ ਨਾਲ, ਇੱਜ਼ਤ ਨਾਲ, ਆਪਣੀ ਅਣਖ ਨਾਲ ਸਮਝੌਤਾ ਕੀਤੇ ਬਿਨਾ, ਮੈਂ ਬਾਰ-ਬਾਰ ਕਹਿ ਰਿਹਾ, ਕੈਪੀਟਲ ਲੈਟਰਸ 'ਚ ਰੱਖਿਓ, ਆਪਣੀ ਪੰਜਾਬ ਦੀ, ਸਿੱਖ ਕੌਮ ਦੀ ਅਣਖ ਨਾਲ ਸਮਝੌਤਾ ਕੀਤੇ ਬਿਨਾ ਆਓ ਆਪਾਂ 2029 ਤੱਕ ਮੋਦੀ ਸਾਹਿਬ ਤੋਂ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੋਂ, ਭਾਰਤ ਸਰਕਾਰ ਤੋਂ ਫਾਇਦਾ ਲਈਏ। ਵੱਧ ਤੋਂ ਵੱਧ ਇੰਡਸਟਰੀ, ਵੱਧ ਤੋਂ ਵੱਧ ਐਜੂਕੇਸ਼ਨਲ ਇੰਸਟੀਟਿਊਸ਼ਨਸ, ਵੱਧ ਤੋਂ ਵੱਧ ਹਸਪੀਟਲਸ, ਗਰੀਬ ਭਲਾਈ ਸਕੀਮਾਂ ਦਾ ਲਾਭ ਜਿਹੜਾ ਆਲਰੇਡੀ ਉੱਥੋਂ ਆ ਰਿਹਾ, ਪਰ ਗਰੀਬਾਂ ਤੱਕ ਕਈ ਚੀਜ਼ਾਂ, ਕਈ ਸਕੀਮਾਂ ਨੇ ਕੋ ਫਿਰ ਕਾਂਗਰਸ ਆਪਣਾ ਸਟੈਂਪ ਲਾ ਕੇ ਭੇਜ ਦਿੰਦੀ ਅਸੀਂ ਕੀਤਾ, ਜਦ ਕਿ ਕੀਤਾ ਕੇਂਦਰ ਸਰਕਾਰ ਨੇ ਹੁੰਦਾ। ਸੋ ਪ੍ਰੈਕਟੀਕਲ ਬੈਨੀਫਿਟ ਜਿਹੜਾ ਹੈਗਾ ਆ ਉਹ ਇਸ ਟਾਈਮ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾ ਕੇ ਹੀ ਸੰਗਰੂਰ ਦਾ ਤੇ ਪੰਜਾਬ ਦਾ ਆ। ਬਿਕੋਜ਼ ਕੇਵਲ ਸਿੰਘ ਢਿੱਲੋਂ ਜੀ ਨੂੰ ਦਿਨ ਰਾਤ ਮਿਹਨਤ ਕਰਨੀ ਪਊਗੀ। 2 ਸਾਲਾਂ 'ਚ ਜਿੱਤਣ ਤੋਂ ਬਾਅਦ ਉਹਨਾਂ ਨੂੰ 5 ਸਾਲਾਂ ਜਿੰਨਾ ਕੰਮ ਕਰਨਾ ਪਊਗਾ, ਉਹਨਾਂ ਨੂੰ ਦਿਖਾਉਣਾ ਪਊਗਾ, ਕਿਉਂਕਿ 12 ਸੀਟਾਂ ਹੋਰ ਵੀ ਤਾਂ ਜਿੱਤਣੀਆਂ ਨੇ 2024 'ਚ ਭਾਰਤੀ ਜਨਤਾ ਪਾਰਟੀ ਨੇ। ਸੋ ਫਾਇਦਾ ਕਿੱਥੇ ਹੈ? ਮੈਂ ਤਾਂ ਯਾਰ ਦੇਖੋ ਪ੍ਰੈਕਟੀਕਲ ਗੱਲ ਕਰ ਰਿਹਾ ਸਾਥੀਓ, ਕਿਉਂਕਿ ਮੈਂ ਕਹਾਂ ਸਾਨੂੰ ਵੋਟ ਪਾ ਦਿਓ, ਸਾਨੂੰ ਵੋਟ ਪਾ ਦਿਓ, ਆਹ ਕੀ ਹੋਇਆ, ਕਿਉਂ ਪਾ ਦਈਏ? ਆਹ ਦੱਸ ਰਿਹਾ ਕਿਉਂ ਪਾਉਣ 'ਚ ਫਾਇਦਾ ਹੈ। ਹੋਰ ਤੁਸੀਂ ਕਿਤੇ ਵੀ ਵੋਟ ਪਾਉਨੇ ਹੋ, ਤੁਹਾਡੀ ਵੋਟ ਪਾਈ ਦਾ ਫਾਇਦਾ ਨਹੀਂ ਹੋਣਾ, ਪੰਜਾਬ ਨੂੰ ਫਾਇਦਾ ਨਹੀਂ, ਸੰਗਰੂਰ ਨੂੰ ਫਾਇਦਾ ਨਹੀਂ। ਭਗਵੰਤ ਮਾਨ ਦੀ ਤੇ ਕੇਜਰੀਵਾਲ ਦੀ ਆਕੜ ਭੰਨਣੀ ਬਹੁਤ ਜ਼ਰੂਰੀ ਹੈ, ਤੜ, ਕਿਉਂਕਿ ਜੇ ਇਹਨਾਂ ਨੂੰ ਤੁਸੀਂ ਵੋਟ ਪਾਉਨੇ ਹੋ, ਮੈਂ ਤੁਹਾਨੂੰ ਪਹਿਲਾਂ ਦਿਖਾਇਆ ਆ ਇਹਨਾਂ ਦੇ ਭਰੇ 92 ਐਮਐਲਏ ਤੋਂ ਬਾਅਦ ਜੇ ਵੋਟ ਪਾਉਨੇ ਹੋ, ਇਹਨਾਂ ਦੀ ਪਾਵਰ ਦਾ ਪਾਣੀ ਡੁੱਲੂਗਾ। ਇਹ ਕੀ ਕਰਨਾ ਚਾਹੁੰਦੇ ਹੈ? ਇਹ ਜਾ ਕੇ ਆ ਦਿਖਾ ਕੇ ਸੰਗਰੂਰ, ਕੇਜਰੀਵਾਲ ਭੱਜਣਾ ਚਾਹੁੰਦਾ ਹਿਮਾਚਲ 'ਚ, ਉਹ ਪਹਿਲਾਂ ਹੀ ਤੁਹਾਨੂੰ ਸਾਈਨ ਦੇ ਚੁੱਕਿਆ। ਹੈਲੀਕਾਪਟਰਾਂ ਦੇ ਦੇਖਿਆ ਨਾ 49 ਕਰੋੜ ਦੇ ਖਰਚੇ, ਹੋਰ ਸਾਰੇ ਜਿਹੜੇ ਉਹ ਐਡਵਰਟਾਈਜ਼ਿੰਗ ਇੱਧਰ ਉੱਧਰ ਜਾਣ ਦੇ, ਕਿਹਦੇ ਖਾਤੇ 'ਚੋਂ ਗਏ? ਪੰਜਾਬ ਦੇ। गुजरात दे विच कहता 10 दिन में भगवंत मान ने करप्शन खत्म कर दी है। पहले 10 दिनों च ही कहा सी ना इन्हें, ते 1.5 महीने बाद अपना ही मंत्री फड़ लिया करप्शन करदा। तां की केजरीवाल ते भगवंत मान गुजरात ते हिमाचल च जाके माफिया मंगते हैं, कहते हैं कि नहीं असीं करप्शन नहीं सी खत्म की, साडियां कालियां भेडां इन्हां दे मंत्री करप्शन कर रहे हैं। ਉਹ ਵੀ ਮੀਡੀਆ ਦੇ ਡਰ ਤੋਂ, ਕਿਉਂਕਿ ਜਿਹੜੇ ਬੰਦੇ ਨੇ ਮੈਨੂੰ ਲੱਗਦਾ ਉਹ ਆਡੀਓ ਇਹਦੀ ਰਿਕਾਰਡ ਕੀਤੀ ਸੀ, ਉਹ ਦੂਜੀਆਂ ਪਾਰਟੀਆਂ ਨੂੰ ਨਾ ਦੇ ਦੇਵੇ, ਇਹਨਾਂ ਨੇ ਪਹਿਲਾਂ ਹੀ ਉਹਦੇ ਨਾਲ ਸਮਝੌਤਾ ਕਰ ਲਿਆ ਤੇ ਉਹਨੂੰ ਵਿਚਾਰ ਨੂੰ ਟੰਗਤਾ। ਸੋ ਆਪ ਸਭ ਨੂੰ ਬੇਨਤੀ ਕਰਦੇ ਆ ਬਾਈ ਜੀ, ਭਾਰਤੀ ਜਨਤਾ ਪਾਰਟੀ ਨੂੰ ਇਸ ਵਾਰੀ ਵੋਟ ਪਾ ਕੇ ਪੰਜਾਬ ਦਾ ਫਾਇਦਾ ਆ। ਪੰਜਾਬ, ਤੁਸੀਂ ਇਹ ਦੱਸ ਦਿਓ, ਭਗਵੰਤ ਮਾਨ ਨੇ 8 ਸਾਲਾਂ 'ਚ 8 ਸਾਲ ਸੰਗਰੂਰ ਨੇ ਉਹਨੂੰ 10 ਸਾਲਾਂ ਲਈ ਐਮਪੀ ਚੁਣਿਆ ਸੀ, ਵਿੱਚੋਂ ਦੀ ਹੁਣ ਲੋਕ ਆਪਣੇ ਵਿਧਾਨ ਸਭਾ ਦੀ ਚੋਣ ਆਈ, ਬਾਈ ਮੁੱਖ ਮੰਤਰੀ ਬਣ ਗਿਆ। 8 ਸਾਲਾਂ 'ਚ ਕੋਈ ਇੱਕ ਕੰਮ ਦੱਸ ਦਿਓ ਕਿ ਇੱਕ ਦਿੱਲੀ ਮਾਡਲ ਦਿੱਲੀ ਦੇ ਹਸਪਤਾਲ ਵਰਗਾ ਹਸਪਤਾਲ ਲੈ ਕੇ ਆਇਆ ਇਹ? ਕੀ ਇਹ ਉੱਥੋਂ ਦੇ ਦਿੱਲੀ ਦੇ ਸਕੂਲਾਂ ਵਰਗਾ ਕੋਈ ਵੀ ਸਕੂਲ ਸੰਗਰੂਰ ਲਈ ਲੈ ਕੇ ਆਇਆ? ਕੋਈ ਰੇਲਵੇ ਲਾਈਨ ਦਾ ਪ੍ਰੋਜੈਕਟ ਇਹਨੇ ਪਾਸ ਕਰਾਇਆ? ਕੋਈ ਹੋਰ ਗਰੀਬ ਭਲਾਈ ਦੀਆਂ ਸਕੀਮਾਂ ਲਈ ਇਹਨੇ ਕੁਝ ਲੈ ਕੇ ਆਇਆ ਉੱਥੋਂ? ਥੋਥਾ ਚਨਾ ਬਾਜੇ ਖਾਨਾ, ਖਾਲੀ ਭਾਂਡਾ ਰੌਲਾ ਜ਼ਿਆਦਾ ਪਾਉਂਦਾ ਹੈ। ਸਿਰਫ ਬੋਲਣ ਲਈ ਨਹੀਂ ਰੱਖਿਆ ਹੁੰਦਾ ਬਾਈ ਜੀ ਮੈਂਬਰ ਆਫ ਪਾਰਲੀਮੈਂਟ ਨੂੰ, ਉੱਥੇ ਜਾ ਕੇ ਸਰਕਾਰ ਨਾਲ ਸੁਖਾਵੇਂ ਰਿਲੇਸ਼ਨ ਬਣਾਉਂਦੇ ਹੋਏ ਸੰਗਰੂਰ ਦੀਆਂ ਜ਼ਰੂਰਤਾਂ ਵਾਸਤੇ ਇਹਨੂੰ ਕੁਛ ਨਾ ਕੁਛ ਲੈ ਕੇ ਆਉਣਾ ਚਾਹੀਦਾ ਸੀ। ਜਿਵੇਂ ਡਾਕਟਰ ਧਰਮਵੀਰ ਗਾਂਧੀ ਜਦੋਂ ਐਮਪੀ ਸੀਗੇ, ਉਹਨਾਂ ਨੇ ਭੱਜ ਨਾ ਠਲਾਈ ਰੱਖੀ ਕਿ ਬਠਿੰਡਾ ਤੋਂ ਚੰਡੀਗੜ੍ਹ ਤੱਕ ਇੱਕ ਰੇਲਵੇ ਲਾਈਨ, ਰੇਲਵੇ ਟਰੈਕ ਪਾਸ ਹੋਵੇ, ਤਾਂ ਕਿ ਜਿਹੜੀਆਂ ਬੱਸਾਂ 'ਚ ਲੋਕ ਖੱਜਲ ਹੁੰਦੇ ਨੇ ਉਹ ਖੱਜਲ ਖੁਆਰੀ ਮੁੱਕੇ। ਐਟਲੀਸਟ ਹੀ ਵਾਸ ਟਰਾਈਂਗ ਐਂਡ ਉਹ ਸਕਸੈਸਫੁਲੀ ਕਰਕੇ ਆਏ ਹੈ। ਭਗਵੰਤ ਮਾਨ ਦੀ ਕੋਈ ਇੱਕ ਦੇਣ ਦੱਸੋ ਵੀ 8 ਸਾਲਾਂ 'ਚ ਇਹਨਾਂ ਨੇ ਸੰਗਰੂਰ ਵਾਸੀਓ ਤੁਹਾਡੇ ਲਈ ਕੀਤਾ ਹੋਵੇ। ਤੇ 3 ਮਹੀਨੇ ਮੁੱਖ ਮੰਤਰੀ ਬਣੇ ਨੂੰ ਹੋ ਗਏ। ਕੱਲ ਤੁਸੀਂ ਦੇਖ ਲਓ, ਕੇਜਰੀਵਾਲ ਸਨਰੂਫ 'ਚੋਂ ਗੱਡੀ 'ਚੋਂ ਬਾਹਰ ਨਿਕਲਿਆ ਹੋਇਆ ਸੀ ਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਖਿੜਕੀਆਂ 'ਚ ਲਟਕਦਾ ਫਿਰਦਾ ਸੀ। ਤੁਸੀਂ ਇਹ ਸੋਚੋ, ਪੰਜਾਬ ਦਾ ਮੁੱਖ ਮੰਤਰੀ ਜੇ ਮਹਾਰਾਜਾ ਰਣਜੀਤ ਸਿੰਘ ਵਰਗਾ
ਆਪਾਂ ਚਾਹੁੰਦੇ ਹੋਵੇ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਦਿੱਲੀ ਦੇ ਛੋਟੇ ਜਿਹੇ ਰਾਜੇ ਨੂੰ ਸਿਰ ਤੇ ਬਿਠਾ ਕੇ ਤੇ ਆਪ ਮਹਾਰਾਜਾ ਰਣਜੀਤ ਸਿੰਘ ਤੁਹਾਨੂੰ ਖਿੜਕੀਆਂ ਚੋਂ ਲਟਕਦਾ ਮਨਜ਼ੂਰ ਸੀ? ਹੈ ਲਾਨਤ ਹੈ ਤੇਰੇ ਤੇ ਯਾਰ। ਤੂੰ ਉਹਨੂੰ ਉਨੀ ਕੁ ਥਾਂ ਦੇ ਜਿੰਨੀ ਕੁ ਉਹਦੀ ਔਕਾਤ ਹੈ। ਉਹਨੂੰ ਸਿਰ ਤੇ ਕਿਉਂ ਬਿਠਾਇਆ? ਤੂੰ ਉਹਦੇ ਪੈਰਾਂ 'ਚ ਕਿਉਂ ਬੈਠਾ ਬਈ? ਦੇਸੀ ਗੱਲ ਕਰਦਾ। ਕੀ ਤੁਹਾਡੇ ਪਿੰਡ ਦਾ ਚੁਣਿਆ ਹੋਇਆ ਸਰਪੰਚ, ਤੁਹਾਡੇ ਪਿੰਡ ਦਾ ਚੁਣਿਆ ਹੋਇਆ, ਤੁਹਾਡੇ ਮਹੱਲੇ ਦਾ ਚੁਣਿਆ ਹੋਇਆ ਐਮਸੀ, ਕੀ ਦਿੱਲੀ ਦੇ ਕੇਜਰੀਵਾਲ ਤੇ ਰਾਘਵ ਚੱਡੇ ਨੂੰ ਪੁੱਛ ਕੇ ਤੁਹਾਡੇ ਪਿੰਡ ਦੇ ਵਿੱਚ ਵਾਲੀਬਾਲ, ਬਾਸਕਟਬਾਲ ਜਾਂ ਕ੍ਰਿਕਟ ਜਾਂ ਫੁੱਟਬਾਲ ਸਟੇਡੀਅਮ ਜਾਂ ਭਲਵਾਨੀ ਦਾ ਮੈਦਾਨ ਜਾਂ ਕਬੱਡੀ ਦਾ ਮੈਦਾਨ ਬਣਾਊਗਾ? कि पहला राघव चड्डे ने पूछूगा ये कबड्डी क्या होती है, ये कैसे खेली जाती है? अरे कोई बात नहीं, हम देखते हैं, हम ना अपने आंकड़ों में अंदाजा लगाते हैं कबड्डी कैसे खेली जाती है। पहलवानी अरे हमको नहीं मालूम है, हम तो सिर्फ राघव चड्डे वर्गे बंदे तुहानूं लगदा भी ये कबड्डी खेड लैणगे या इन्हां नूं कबड्डी दा कुछ पता होਊਗਾ? आ संदीप पाठक वर्गे राज सभा मैंबर ਜਿਹੜੇ ਸਿਫਾਰਸ਼ੀ ਭੇਜੇ ਨੇ कि ये लोग पंजाब के हित लई कुछ सोच लैणगे, कर लैणगे? कि इन्हां नूं पिंडां दी अकल है कि पिंडां च किवें जीवन बतीत हुंदा है? भगवंत मान जी नूं अकल सीगी ते हैगी है, उहदी यार मत मारी गई बई। लोग ना सक्सैसफुल होने तो बाद, जे तेंदुलकर पहली बारी टीम सिलैक्ट होया सी तां उदों गरीबड़ा जिहा लगदा हुंदा सी, पर 2-4 सालां च ही, 2 सालां च 6 महीनਿਆਂ ਚ देखिया निखार ਉਹਦੇ ਤੇ ਕਿੰਨਾ ਆਇਆ ਸੀ, ਕਿੰਨਾ ਸੋਹਣਾ ਲੱਗਣ ਲੱਗ ਪਿਆ ਸੀ। नथिंग इज स्वीटर देन सक्सैस। सफलता तो वड्डी फेयर एंड लवली क्रीम कोई भी नहीं हैगी। जदों सफल हो गया यह बंदा, सफल होने के बाद भगवंत मान के चेहरे तो हासे क्यों उड़ गए? भगवंत मान नूं गल्लां क्यों नहीं फुरदियां? पुराने चुटकले सुनाई जांदा, केवल ढिल्लों की जैकेट देख लो, है फलाने का आ देख लो, फलाने का ओ देख लो। सुखबीर बादल का असीं लभ लिया, उन्हें सिसवा फार्म दे विच जिहड़ा होटल बनाया, उन्हें उत्थे कैबिनेट बुला के अपने फायदे लई जमीन नूं इदां कन्वर्ट कर लिया। जदों होटल बन गया उन्होंने फिर दोबारा भी उत्थे कंस्ट्रक्शन नहीं हो सकती, वो कन्वर्ट कर लिया। जे तैनूं पता सुखबीर बादल ने किया, फिर तू एक्शन क्यों नहीं लैंदा है? मजीठीए वांगू डील सैट हो रही है। पहला पंजाब दीयां बसां दिल्ली एयरपोर्ट तक नहीं गई जो कांग्रेस की सरकार 2017 तो 2022 तक रही। उदों दिल्ली की सरकार तो उत्थे ही सी, केजरीवाल तो उत्थे ही सी, उन्होंने जान नहीं दिता। हुण जदों इन्हां दी सरकार इत्थे बन गई तो केजरीवाल कहंदा देखो जी बस हुण एयरपोर्ट तक जाऊगी। इहदा मतलब 5 साल पंजाब की पिठ च, NRIआं की पिठ च छुरा मारिया तुसीं। उदों NRIआं नूं सहूलत क्यों नहीं दित्ती? सो चलाकी ते चुस्ती समझण की कोशिश करो इन्हां दी साथियों। मैं तो देखो बिल्कुल देसी गल्लां करके अपना पक्ष रखदा हुन्ना। जिहड़ियां औरतां नूं 1000 रुपया देना सी, किसी पिंड च मिल गया 1000 रुपया, तुहानूं अगर तुसीं इस वारी संगरूर दे विच भगवंत मान दा गरूर तोड़ दिंदे हो, संगरूर वालिओ, मलवई इलाके दे क्रांतिकारी लोगो, तुसीं सब तो पहला नवां फैशन पहचानदे हो। अगर इस संगरूर दे विच भगवंत मान दा गरूर ते केजरीवाल दा गरूर तुसीं इस वारी तोड़ दिंदे हो तां पंजाब दा फायदा हो जू, लिखा के लै लो। फिर ये तुहाडे कुत्तियां दे चिच्चड़ भी कड्ढण आउणगे, तुहानूं फायदे देणगे। केजरीवाल कहोगा अरे क्या हो गया भगवंत, ये क्या हो गया भाई, ये तो यार ये तो संगरूर वाले तो रूठ गए। भगवंत नूं अपने आप नूं हत्थां पैरां दी पै जूगी भी जिहड़ी मेरी सरजमीन सी, जिथों मेरा बीज लग्या, ये मेरे नाल क्यों रुस गए? ये इसलिए रुस गए क्योंकि 50% औरतां दी वोट 1000 रुपए पिछे इन्हां ने करप्शन, इनडायरैक्ट करप्शन, औरतां नूं लॉलीपॉप दे के लारे ला के कि असीं 1000 रुपया प्रति औरत देवांगे, गुमराह कीता। सजा कौन भुगत रहा? पंजाब। 300 यूनिट फ्री देवांगे 1 अप्रैल तो। जदों कुछ ना बनया फिर इन्होंने होर स्कीम लाती, सिर्फ इस वर्ग नूं मिलूगा, दूजे वर्ग नूं नहीं मिलूगा। फिर जदों बैक फायर कर गया फिर कहते 1 जुलाई तो देवांगे। ठेके तोड़ने से इन्होंने जी कहते असीं 1 जुलाई तो ठेके दारू सस्ती करांगे, क्योंकि संगरूर दियां वोटां आ गईयां तां दारू सस्ती करती। क्योंकि पंजाबी तां सारा ही पंजाबी शराबी होई फिरदा है ना, पंजाबियों नूं दारू तो बिना तो कोई काम नहीं है। नशे च बंदा क्यों कहते हैं, लिखिया हुंदा बार बार सारी दुनिया च, किते भी चल जाओ दारू पी के गाड़ी मत चलाओ।
ਤੇ दारू ਸਸਤੀ ਕਰਕੇ ਇਨਡਾਇਰੈਕਟਲੀ ਇਹ ਤੁਹਾਨੂੰ ਲੋਲੀਪੌਪ ਦਿੱਤਾ ਗਿਆ ਕਿ ਬਿਜਲੀ ਵਾਲਾ ਵਾਅਦਾ ਪੂਰਾ ਨਹੀਂ ਹੋਇਆ, 1000 ਰੁਪਏ ਔਰਤਾਂ ਵਾਲਾ ਨਹੀਂ ਹੋਇਆ। ਹੁਣ ਜਾਓ, ਹੁਣ दारू ਸਸਤੀ ਹੋ ਗਈ, ਪੀਓ, ਤੇ ਜਿਹੜੇ ਕੋਈ ਘਰੇ ਜਾ ਕੇ ਕਲੇਸ਼ ਕਰਦੇ ਆ दारू ਪੀ ਕੇ, ਕੰਟੀਨਿਊ ਇੰਜੋਏ ਕਰੋ। ਕਿਉਂਕਿ ਭਗਵੰਤ ਮਾਨ ਖੁਦ ਉਹਦੇ ਤੇ ਦੋਸ਼ ਲੱਗਦੇ ਰਹੇ ਆ ਬਰਗਾੜੀ ਵੇਲੇ ਤੋਂ ਲੈ ਕੇ ਅੱਜ ਤੱਕ ਕਿ ਤਲਵੰਡੀ ਸਾਬੋ ਵੀ ਬਾਈ ਟੰਨ ਹੋ ਕੇ ਵੇਂਦਾ। ਔਰ ਜਿਹੜੇ ਕੋਈ ਸ਼ਰਾਬ ਪੀਂਦੇ ਆ ਉਹਨਾਂ ਨੂੰ ਪਤਾ ਲੱਗਦਾ ਚਿਹਰੇ ਮੋਹਰੇ ਤੇ ਉਹ ਕਿ ਬੰਦੇ ਨੇ ਕਈ ਵਾਰੀ ਦਿਨੇ ਵੀ ਇਹਨੇ ਪੀਤੀ ਹੁੰਦੀ ਆ, ਲੋਕ ਕੀ ਕਹਿੰਦੇ ਆ। ਇਹਦਾ ਪਰਸਨਲ ਮਾਮਲਾ, ਮੈਂ ਤਾਂ ਉਹਦੀ ਗੁੱਡ ਹੈਲਥ ਵਾਸਤੇ ਕਾਮਨਾ ਕਰੂੰਗਾ ਵੀ ਬਾਈ ਬਹੁਤ ਵੱਡਾ ਅਹੁਦਾ ਮਿਲਿਆ ਜ਼ਿੰਦਗੀ 'ਚ ਨਾ, ਕਈ ਚੀਜ਼ਾਂ ਉਦੋਂ ਛੱਡ ਦੇਣੀਆਂ ਚਾਹੀਦੀਆਂ ਜਦੋਂ ਪ੍ਰਮਾਤਮਾ ਇੱਕ ਸਭ ਤੋਂ ਉੱਚ ਅਹੁਦਾ ਦੇ ਦੇਵੇ, ਪਰ ਤੇਰੇ ਤੋਂ ਵੀਰੇ ਤੇਰੇ ਹੱਡਾਂ 'ਚ ਰਚ ਗਿਆ ਉਹ ਕੰਮ। ਇਹ ਬੰਦਾ ਪਹਿਲਾਂ ਜਿਹੜਾ ਝੁਕਦਾ ਜਾਂਦਾ, ਕੁੱਬਾ ਜਿਹਾ ਹੋਈ ਜਾਂਦਾ ਜਦੋਂ ਦਾ ਮੁੱਖ ਮੰਤਰੀ ਬਣਿਆ। ਮੈਂ ਕੁਝ ਵੀ ਨਹੀਂ ਯਾਰ, ਪ੍ਰਮਾਤਮਾ ਦੀ ਮਿਹਰ ਨਾਲ ਫਿਰ ਵੀ ਠੀਕ ਹੈ, ਮੇਰੇ ਵੀ ਹੈਲਥ ਹੈਜ਼ਰਡ ਹੋਏ ਨੇ ਜਦੋਂ ਤੁਹਾਡੇ ਨਾਲ ਧੋਖਾ ਹੁੰਦਾ। ਕੇਜਰੀਵਾਲ ਵਰਗੇ ਬੰਦੇ ਤੁਹਾਨੂੰ ਇਨਕਲਾਬ ਦਾ ਲਾਰਾ ਲਾ ਕੇ ਤੁਹਾਡਾ ਕੈਰੀਅਰ ਨਸ਼ਟ ਕਰ ਦਿੰਦੇ ਆ, ਤੁਹਾਡੇ ਪਰਿਵਾਰ ਨੂੰ ਉਸ ਅੱਗ 'ਚੋਂ ਝੋਲਸਣਾ ਪੈਂਦਾ। ਮੈਂ ਨਹੀਂ ਕਹਿੰਦਾ ਮੇਰਾ ਨੁਕਸਾਨ ਨਹੀਂ ਹੋਇਆ, ਬਟ ਪ੍ਰਮਾਤਮਾ ਦੀ ਮਿਹਰ ਹੈ ਯਾਰ, ਮੱਥਾ ਚਮਕਦਾ ਦਿਖਦਾ, ਇਹ ਪ੍ਰਮਾਤਮਾ ਦੀ ਮਿਹਰ ਹੈ। ਬਹੁਤ ਮਾੜੇ ਟਾਈਮ 'ਚੋਂ ਲੰਘੇ ਆ ਪਰ ਚੜ੍ਹਦੀ ਕਲਾ 'ਚ ਭਗਵੰਤ ਤੇ ਇੱਥੋਂ ਤਾਂ ਚੜ੍ਹਦੀ ਕਲਾ 'ਚ ਆ ਵੀਰ। ਤੇਰੀ ਚੰਗੀ ਸਿਹਤ ਦੀ ਮੈਂ ਕਾਮਨਾ ਕਰਦਾ। ਪ੍ਰਮਾਤਮਾ ਕੇਜਰੀਵਾਲ ਨੂੰ ਤੇਰਾ ਬਾਕੀ ਕਿਸੇ ਸਾਈਕੈਟਰਿਸਟ ਨੂੰ ਦਿਖਾ ਕੇ ਭਗਵੰਤ ਮਾਨ ਤੇਰਾ ਇਲਾਜ ਹੋਣਾ ਚਾਹੀਦਾ ਵੀਰ, ਤੂੰ ਡਿਪਰੈਸ਼ਨ 'ਚ ਹੈ, ਤੂੰ ਉਹ ਭਗਵੰਤ ਮਾਨ ਲੱਗ ਹੀ ਨਹੀਂ ਰਿਹਾ ਯਾਰ। ਸੋ ਸਾਥੀਓ, ਆਪਾਂ ਤਾਂ ਤੁਹਾਨੂੰ ਇੱਕੋ ਹੀ ਗੱਲ ਕਹਿੰਦੇ ਆ, ਭਾਰਤੀ ਜਨਤਾ ਪਾਰਟੀ ਦੇ ਸਰਦਾਰ ਕੇਵਲ ਸਿੰਘ ਢਿੱਲੋਂ ਜੀ ਨੂੰ ਵੋਟ ਪਾ ਕੇ ਸੰਗਰੂਰ ਦੇ ਵਿੱਚ ਆਓ ਇੱਕ ਅਕਲ ਦਾ ਡਿਸੀਜਨ ਲਈਏ, ਆਓ ਇੱਕ ਪ੍ਰੈਕਟੀਕਲ ਡਿਸੀਜਨ ਲਈਏ। 2 ਸਾਲ ਦੇ ਵਿੱਚ ਤੁਹਾਨੂੰ ਨੁਹਾਰ ਬਦਲਦੀ ਨਜ਼ਰ ਆਊਗੀ। ਤੁਹਾਨੂੰ 8 ਸਾਲ 'ਚ ਜੋ ਭਗਵੰਤ ਮਾਨ ਮੈਂਬਰ ਆਫ ਪਾਰਲੀਮੈਂਟ ਹੁੰਦੇ ਹੋਏ ਨਹੀਂ ਕਰ ਪਾਇਆ, ਕੇਵਲ ਸਿੰਘ ਢਿੱਲੋਂ ਜੀ ਦੀ ਮਜਬੂਰੀ ਵੀ ਹੋਊਗੀ ਤੇ ਆਪਣੀ ਜ਼ਿੱਦ ਵੀ ਹੋਊਗੀ ਕਿ ਮੈਂ ਕਰਨਾ ਆ। ਸੋ ਪੰਜਾਬ ਦਾ ਫਾਇਦਾ ਸੋਚੀਏ, ਆਓ ਕਿਸਾਨਾਂ ਦਾ, ਨੌਜਵਾਨਾਂ ਦਾ, ਆਓ ਆਪਾਂ ਆਪਣੀਆਂ ਧੀਆਂ ਭੈਣਾਂ ਦਾ ਫਾਇਦਾ ਦੇਖੀਏ, ਆਪਣੇ ਪੰਜਾਬ ਦਾ ਫਾਇਦਾ ਦੇਖੀਏ। ਆਓ ਆਪਾਂ ਵੱਧ ਤੋਂ ਵੱਧ ਇੰਡਸਟਰੀ, ਬਿਕੋਜ਼ ਕੇਵਲ ਸਿੰਘ ਢਿੱਲੋਂ ਜੀ ਇੰਡਸਟਰੀਅਲਿਸਟ ਨੇ, ਤੋ ਇਹੋ ਜਿਹੀਆਂ ਕਈ ਇੰਡਸਟਰੀਆਂ ਉਹ ਮੋਦੀ ਜੀ ਨੂੰ ਕਹਿ ਕੇ ਪਿਆਰ ਨਾਲ ਹੈ ਨਾ ਰੁੱਠ ਕੇ ਬੰਦਾ ਕਹਿੰਦਾ ਨਹੀਂ ਜੀ ਮੋਦੀ ਜੀ ਮੈਨੂੰ ਚਾਹੀਦਾ, ਮੇਰੇ ਸੰਗਰੂਰ ਚਾਹੀਦਾ, ਮੇਰੇ ਪੰਜਾਬ, ਚਲੋ ਇੱਥੇ ਦੇ ਦਿਓ ਜੀ, ਇੱਕ ਇੰਡਸਟਰੀ ਆ ਵੀ ਦੇ ਦਿਓ ਜੀ। ਉਹ ਬਈ ਜਿਹੜੀਆਂ ਵੱਡੀਆਂ ਵੱਡੀਆਂ ਇੰਡਸਟਰੀਆਂ ਇੱਥੇ ਆਉਣਗੀਆਂ, ਇੱਥੇ ਰੁਜ਼ਗਾਰ ਪੈਦਾ ਹੋਊਗਾ, ਰੁਜ਼ਗਾਰ ਪੈਦਾ ਹੋਊਗਾ, ਪੰਜਾਬ ਪ੍ਰਫੁੱਲਿਤ ਹੋਊਗਾ। ਕਰਨ ਦੇ ਸਮਰੱਥ ਸੈਂਟਰ ਹੀ ਹੈ ਬਾਈ ਜੀ। ਪੰਜਾਬ ਤਾਂ ਕਰਜ਼ੇ 'ਚ ਡੁੱਬਿਆ ਹੋਇਆ, 9000 ਕਰੋੜ ਦਾ ਕਰਜ਼ਾ ਲੈ ਚੁੱਕਿਆ ਭਗਵੰਤ ਮਾਨ ਤੇ ਕੇਜਰੀਵਾਲ ਪੰਜਾਬ ਨੂੰ ਚਲਾਉਣ ਲਈ। ਕਿੱਥੋਂ ਦੇ ਦੇਣਗੇ ਯਾਰ 10,000 ਕਰੋੜ ਰੁਪਈਆ ਹਰ ਮੰਥ? ਅਗਰ 1000 ਰੁਪਈਆ ਔਰਤਾਂ ਨੂੰ ਦੇਣਾ ਪੈਂਦਾ, ਕਿੱਥੋਂ ਦੇ ਲੈਣਗੇ? ਆਪਣੀ ਅਕਲ ਤੋਂ ਕੰਮ ਲਓ। 9000 ਕਰੋੜ ਕਰਜ਼ਾ ਲੈ ਚੁੱਕਿਆ, ਹੋਰ ਕਰਜ਼ਾ ਅਪਲਾਈ ਕੀਤਾ ਹੋਇਆ ਲੈਣ ਲਈ। ਬੀਬੀਓ ਨਹੀਂ ਮਿਲਣਾ, 1000 ਰੁਪਈਆ ਨਹੀਂ ਮਿਲਣਾ। ਇਸ ਕਰਕੇ ਇਹਨੂੰ ਸਬਕ ਸਿਖਾਓ ਤੁਸੀਂ। ਔਰਤਾਂ ਨਾਲ ਧੋਖਾ ਸਭ ਤੋਂ ਵੱਡਾ ਧੋਖਾ, ਮਾਂ ਧੋਖਾ। ਜਿਹੜਾ ਆਪਣੀ ਮਾਂ ਦੀ ਝੂਠੀ ਸਹੁੰ ਖਾਂਦਾ ਭਗਵੰਤ ਮਾਨ, ਆਪਣੇ ਬੱਚਿਆਂ ਦੀ ਤੇ ਬੀਵੀ ਦੀ ਝੂਠੀ ਸਹੁੰ ਖਾਂਦਾ ਕੇਜਰੀਵਾਲ। ਉਹ ਬੀਬੀਓ ਤੁਹਾਡਾ ਭਲਾ ਕਰ ਦੂਗਾ। ਮੈਂ ਤਾਂ ਉਹਨਾਂ ਦੇ ਵਿੱਚੋਂ ਆਇਆ ਤਾਂ ਤੁਹਾਨੂੰ ਦੱਸਦਾ। ਪਲੀਜ਼ ਪੰਜਾਬ ਦੇ ਹਿੱਤ ਵਿੱਚ, ਪਲੀਜ਼ ਪੰਜਾਬ ਦੇ ਹਿੱਤ ਵਿੱਚ ਫੈਸਲਾ ਲਓ। ਤੇ ਭਾਰਤੀ ਜਨਤਾ ਪਾਰਟੀ ਕਮਲ ਦਾ ਨਿਸ਼ਾਨ ਹੈ ਸਾਡਾ, 2 ਨੰਬਰ ਤੇ ਹੋਊਗਾ ਮਸ਼ੀਨ ਤੇ। ਵੱਧ ਤੋਂ ਵੱਧ ਵੋਟਾਂ ਕਮਲ ਦੇ ਨਿਸ਼ਾਨ ਤੇ ਪਾਓ, ਜਿੱਥੇ ਪ੍ਰੈਕਟੀਕਲੀ ਪੰਜਾਬ ਦਾ ਫਾਇਦਾ ਹੋਣਾ। ਕਿਸੇ ਕਾਂਗਰਸ ਨੂੰ ਵੋਟ ਪਾ ਕੇ ਤੁਹਾਨੂੰ ਫਾਇਦਾ ਨਹੀਂ, ਕਿਉਂਕਿ ਕਾਂਗਰਸ ਵਿਲੁਪਤ ਪ੍ਰਜਾਤੀ ਹੈ। ਇਨਸਟਿੰਕਟ ਸਪੀਸ਼ੀਜ਼ ਜਿਹੜੀਆਂ ਰੇਸਿਸ ਖਤਮ ਹੋ ਰਹੀਆਂ ਹੁੰਦੀਆਂ, ਉਹ ਡੁੱਬਦਾ ਹੋਇਆ ਜਹਾਜ਼ ਹੈ, ਉਹਨੂੰ ਵੋਟ ਪਾ ਕੇ ਫਾਇਦਾ ਨਹੀਂ। ਕੋਈ ਤੁਹਾਨੂੰ ਰਾਜਾ ਵੜਿੰਗ ਕੁਝ ਨਹੀਂ ਲਿਆ ਕੇ ਦੇ ਸਕਦਾ, ਕਿਉਂਕਿ ਰਾਜਾ ਵੜਿੰਗ ਦਾ ਜਿਹੜਾ ਬੌਸ ਹੈ ਰਾਹੁਲ ਗਾਂਧੀ, ਉਹ ਇੱਕ ਸਿੰਕਿੰਗ ਸ਼ਿਪ ਹੈ, ਡੁੱਬਦਾ ਜਹਾਜ਼ ਹੈ ਬਾਈ ਜੀ। ਕਾਂਗਰਸ ਡੁੱਬ ਚੁੱਕੀ ਹੈ, ਇਸ ਗੱਲ ਨੂੰ ਆਪਣੇ ਦਿਮਾਗ 'ਚ ਫਿੱਟ ਕਰ ਲਓ। ਉਹ ਨਹੀਂ ਰਿਵਾਈਵ ਹੋਣੀ, वो प्राचीन काल की बात हो गई अब।